ਸਿਰਜਣਾ। ਸਿਰਜਣਾ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਪ੍ਰਭਜੋਤ। ਅੱਜ ਅਸੀਂ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਾਇਰਾ, ਜਿਨ੍ਹਾਂ ਨੇ ਲਗਭਗ 15 ਕਾਵਿ ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਏ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਦੀਆਂ ਕਵਿਤਾਵਾਂ ਦਾ ਅਨੁਵਾਦ ਵੀ ਕੀਤਾ ਅਤੇ ਇਹਨਾਂ ਦੀਆਂ ਆਪਣੀਆਂ ਕਵਿਤਾਵਾਂ ਦਾ ਅਨੁਵਾਦ ਵੀ ਹੋਰਨਾਂ ਭਾਸ਼ਾਵਾਂ ਵਿੱਚ ਹੋਇਆ। ਕਈ ਨਿਬੰਧ ਵੀ ਲਿਖੇ ਅਤੇ ਆਲੋਚਨਾ ਦੀਆਂ ਕਿਤਾਬਾਂ ਵੀ ਲਿਖੀਆਂ। ਇਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇ। ਇਹ ਕਵਿੱਤਰੀ ਆਪਣੀ ਉੱਚੀ ਸੁਰ ਅਤੇ ਬੇਬਾਕ ਸ਼ਾਇਰੀ ਲਈ ਮਸ਼ਹੂਰ ਹੈ। ਇਹਨਾਂ ਦੀ ਕਵਿਤਾਵਾਂ ਵਿੱਚ ਇਹਨਾਂ ਦੇ ਆਪਣੇ ਜੀਵਨ ਦਾ ਹੀ ਸਾਰ ਹੁੰਦਾ ਹੈ। ਮੇਰੀ ਮੁਰਾਦ ਹੈ ਮਨਜੀਤ ਇੰਦਰਾ ਤੋਂ। ਮਨਜੀਤ ਇੰਦਰਾ ਹੋਣਾ ਨਾਲ ਮੁਲਾਕਾਤ ਕਰ ਰਹੇ ਨੇ ਸੁਸ਼ੀਲ ਦੋਸਾਂਝ। ਆਕਾਸ਼ਵਾਣੀ ਜਲੰਧਰ ਦੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਮੈਂ ਸੁਸ਼ੀਲ ਦੋਸਾਂਝ ਹਾਜ਼ਰ ਹਾਂ। ਸਿਰਜਣਾ ਤਾਂ ਬਣਦੀ ਹੈ ਜੇ ਸਿਰਜਣਹਾਰੇ ਸਾਡੇ ਨਾਲ ਹੋਣ। ਸੋ ਸਾਡੇ ਨਾਲ ਇੱਕ ਸਿਰਜਣਹਾਰੀ ਸ਼ਾਇਰਾ, ਸਾਡੀ ਬਹੁਤ ਹੀ ਪਿਆਰੀ ਅਜ਼ੀਮ ਸ਼ਾਇਰਾ, ਸਾਡੀ ਸਮਕਾਲ ਦੇ ਵਿੱਚ ਪੰਜਾਬੀ ਕਵਿਤਾ ਦੇ ਵਿੱਚ ਬਹੁਤ ਵੱਡਾ ਨਾਂ ਮਨਜੀਤ ਇੰਦਰਾ ਹੋਰੀ ਅੱਜ ਸਾਡੇ ਨਾਲ ਨੇ। ਮੈਂ ਸੁਸ਼ੀਲ ਦੋਸਾਂਝ ਹਾਂ ਅਤੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਮਨਜੀਤ ਇੰਦਰਾ ਨਾਲ ਗੱਲਾਂ ਕਰਨ ਦਾ ਮੈਨੂੰ ਜਿਹੜਾ ਇੱਕ ਮੌਕਾ ਮਿਲ ਰਿਹਾ, ਸ਼ਾਇਦ ਮੈਨੂੰ ਲੱਗਦਾ ਕਿ ਮੇਰੀ ਇਹ ਖੁਸ਼ਕਿਸਮਤੀ ਹੈ। ਸੋ ਜਿੱਥੇ ਮਨਜੀਤ ਇੰਦਰਾ ਹੋਰਾਂ ਦੀ ਜ਼ਿੰਦਗੀ ਬਾਰੇ ਗੱਲ ਕਰਾਂਗੇ, ਉੱਥੇ ਇਹਨਾਂ ਦੀ ਸਿਰਜਣਾ ਬਾਰੇ ਵੀ ਗੱਲ ਕਰਾਂਗੇ, ਇਹਨਾਂ ਦੀ ਕਵਿਤਾ ਬਾਰੇ ਗੱਲ ਕਰਾਂਗੇ। ਸਮਕਾਲ ਵਿੱਚ ਕਿਸ ਤਰ੍ਹਾਂ ਦੀ ਕਵਿਤਾ ਰਚੀ ਜਾ ਰਹੀ ਹੈ, ਉਹਦੇ 'ਚ ਇਹਨਾਂ ਦੀ ਕਵਿਤਾ ਦਾ ਕਿੰਨਾ ਕੁ ਦਖਲ ਹੈ, ਉਹ ਸਾਰੀਆਂ ਗੱਲਾਂ ਅੱਜ ਆਪਾਂ ਮਨਜੀਤ ਇੰਦਰਾ ਹੋਰਾਂ ਨਾਲ ਕਰਨੀਆਂ। ਸੋ ਇਸ ਤੋਂ ਪਹਿਲਾਂ ਕਿ ਅਸੀਂ ਕਵਿਤਾ ਵੱਲ ਜਾਈਏ, ਪਹਿਲਾਂ ਮਨਜੀਤ ਇੰਦਰਾ ਜੀ, ਤੁਹਾਡਾ ਸਵਾਗਤ ਹੈ ਆਕਾਸ਼ਵਾਣੀ ਜਲੰਧਰ ਦੇ ਸਿਰਜਣਾ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਸੁਸ਼ੀਲ ਦੋਸਾਂਝ ਤੁਹਾਡਾ ਮੈਨੂੰ ਇੱਥੇ ਬੁਲਾਉਣ 'ਤੇ। ਬਹੁਤ ਸ਼ੁਕਰੀਆ। ਅਤੇ ਮਨਜੀਤ ਜੀ, ਆਪਾਂ ਗੱਲਬਾਤ ਜਦੋਂ ਸ਼ੁਰੂ ਕਰਨ ਲੱਗੇ ਹਾਂ ਅਤੇ ਮੈਨੂੰ ਥੋੜ੍ਹਾ ਜਿਹਾ ਇਹ ਜ਼ਰੂਰ ਦੱਸੋ ਸਾਡੇ ਸਰੋਤਿਆਂ ਵਾਸਤੇ, ਖਾਸ ਤੌਰ ਦੇ ਉੱਤੇ, ਉਹ ਕਿਹੜੇ ਪਲ ਸਨ ਜਦੋਂ ਤੁਹਾਨੂੰ ਲੱਗਾ ਕਿ ਤੁਸੀਂ ਕਵਿਤਾ ਰਚ ਸਕਦੇ ਹੋ, ਕਵਿਤਾ ਕਹਿ ਸਕਦੇ ਹੋ, ਅਤੇ ਉਹ ਕਿੱਦਾਂ ਦਾ ਸਮਾਂ ਸੀ ਅਤੇ ਉਸ ਸਮੇਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਕਵਿਤਾ ਤੁਹਾਡੇ ਨੇੜੇ ਆਈ ਜਾਂ ਤੁਸੀਂ ਕਵਿਤਾ ਦੇ ਨੇੜੇ ਗਏ? ਮੈਂ ਬਹੁਤ ਵਾਰੀ ਕਿਹਾ ਹੈਗਾ, ਦੱਸਿਆ ਵੀ ਹੈ ਕਿ ਮੈਂ ਇੱਕ ਬਹੁਤ ਪੜ੍ਹੇ ਲਿਖੇ ਪਰਿਵਾਰ ਨੂੰ ਸੰਬੰਧਿਤ ਹੈਗੀ ਹਾਂ ਔਰ ਮੇਰੇ ਘਰ ਵਿੱਚ ਲਿਟਰੇਚਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਸਨ ਜੀ, ਮੈਗਜ਼ੀਨ ਬੜੇ ਆਉਂਦੇ ਸਨ ਜੀ। ਤੋ ਮੈਂ ਲੰਬੀ ਚੌੜੀ ਗੱਲ ਜੇ ਨਾ ਕਰਾਂ ਤਾਂ ਖਾਸ ਤੌਰ 'ਤੇ ਮੈਂ ਜੇ ਪ੍ਰੋਜ਼ ਵਿੱਚ ਕਹਾਂ, ਵਾਰਤਕ, ਅਤੇ ਮੈਂ ਇਹ ਸਾਰੀਆਂ ਚੀਜ਼ਾਂ ਮੈਂ ਲੁਕੋ ਕੇ ਪੜ੍ਹੀਆਂ ਸੀ, ਕਿਉਂਕਿ ਘਰ ਦੇ ਵਿੱਚ ਇਹ ਹੁੰਦਾ ਸੀ ਕਿ ਬੱਚਾ ਆਪਣੀ ਕਲਾਸ ਦਾ ਵਰਕ ਕਰੇ ਜੀ, ਅਤੇ ਉਸ ਦੇ ਵਿੱਚ ਕੋਈ ਹੋਰ ਇੱਧਰ ਉੱਧਰਲੀ ਚੀਜ਼ ਨਹੀਂ ਹੋਣੀ ਚਾਹੀਦੀ ਜੀ। ਤੋ ਮੈਗਜ਼ੀਨ ਫਰੋਲਣ ਦਾ ਤਾਂ ਥੋੜ੍ਹਾ ਜਿਹਾ ਹੱਕ ਦਿੱਤਾ ਸੀ, ਲੇਕਿਨ ਕਿਤਾਬਾਂ ਪੜ੍ਹਨ ਦਾ ਹੱਕ ਨਹੀਂ ਸੀ ਦਿੱਤਾ ਹੋਇਆ। ਤੋ ਉਹ ਫਿਰ ਜਿਸ ਚੀਜ਼ ਤੋਂ ਵਰਜਿਆ ਜਾਵੇ, ਵਰਜਿਤ ਚੀਜ਼ਾਂ, ਉਹ ਉਮਰ ਹੁੰਦੀ ਹੈ ਇਹ ਜੀ। ਤੋ ਮੈਂ ਉਹ ਵਰਜਨਾ ਦੇ ਤਹਿਤ ਹੀ ਨਾਨਕ ਸਿੰਘ ਸਾਰੇ ਦਾ ਸਾਰਾ 10ਵੀਂ ਤੱਕ ਪੜ੍ਹ ਲਿਆ ਸੀ ਮੈਂ ਜੀ। ਤੋ ਖਿੱਚਿਆ ਮੈਨੂੰ ਨਾਨਕ ਸਿੰਘ ਨੇ। ਨਹੀਂ, ਹੁਣ ਸਵਾਲ ਇਹ ਪੈਦਾ ਹੋ ਗਿਆ, ਖਿੱਚਿਆ ਤੁਹਾਨੂੰ ਨਾਨਕ ਸਿੰਘ ਨੇ, ਉਹਨਾਂ ਦੇ ਤੁਸੀਂ ਨਾਵਲ ਲੁਕੋ ਲੁਕੋ ਕੇ ਪੜ੍ਹੇ, ਪਰ ਤੁਸੀਂ ਸ਼ੁਰੂਆਤੀ ਕਵਿਤਾ ਜਿੰਨਾ ਕੁ ਮੈਂ ਜਾਣਦਾ ਉਹ ਤੁਸੀਂ ਵਾਰਤਕ ਦੇ ਵਿੱਚ ਹੀ ਲਿਖੀ ਹੈ, ਇੱਕ ਵਾਰਤਕ ਦਾ ਪੀਸ ਲਿਖਿਆ, ਪਰ ਤੁਸੀਂ ਕਹਾਣੀ ਵੱਲ ਨਹੀਂ ਗਏ, ਨਾਵਲ ਵੱਲ ਨਹੀਂ ਗਏ, ਕਵਿਤਾ ਵੱਲ ਆਏ। ਇਹਦਾ ਕੀ ਕਾਰਨ ਸੀ? ਮੈਂ ਲਿਖ ਸਕਦੀ ਸੀ ਕਹਾਣੀ ਜੀ, ਕੁਛ ਕਹਾਣੀਆਂ ਲਿਖੀਆਂ ਜੀ, ਪਰ ਮੈਨੂੰ ਇਹ ਲੱਗਾ ਕਿ ਵੀ ਮੇਰੇ ਲਈ ਜਿਹੜੀ ਸੁਵਿਧਾਜਨਕ, ਜਿਹੜੀ ਮੈਨੂੰ ਖਿੱਚ ਪਾਉਣ ਵਾਲੀ ਵਿਧਾ ਹੈਗੀ ਆ, ਉਹ ਕਵਿਤਾ ਜ਼ਿਆਦਾ ਮੈਨੂੰ ਆਕਰਸ਼ਿਤ ਕੀਤਾ। ਜੇ ਤੁਸੀਂ ਮੈਨੂੰ ਕਹੋ ਕਿ ਵੀ ਹਰ ਉਸ ਉਮਰ ਦੀ ਕੁੜੀ ਸ਼ਾਇਦ ਅੰਮ੍ਰਿਤਾ ਪ੍ਰੀਤਮ ਦੀ ਪੋਇਟਰੀ ਤੋਂ ਪ੍ਰਭਾਵਿਤ ਹੋਈ ਹੋਵੇ, ਪਰ ਮੈਨੂੰ ਤਾਂ ਅੰਮ੍ਰਿਤਾ ਦੀ ਸ਼ਾਇਰੀ ਨੇ ਖਿੱਚਿਆ ਆਪਣੇ ਵੱਲ ਜੀ। ਤੋ ਇਸੇ ਕਰਕੇ ਸ਼ਾਇਦ ਮੈਂ ਆਪਣੇ ਪਿਤਾ ਨੂੰ ਕਿਹਾ ਕਿ ਵੀ ਮੰਨ ਲਓ ਮੂਲ ਧਨ 100 ਹੁੰਦਾ ਅਤੇ ਮਹਿਬੂਬ ਇੱਕ ਹੋ ਸਕਦਾ, ਕਿਉਂਕਿ ਮੇਰੇ ਲਈ ਇਹ ਸੀ ਕਿ ਅੰਮ੍ਰਿਤਾ ਦੀ ਸ਼ਾਇਰੀ 'ਚ ਮਹਿਬੂਬ ਸੀਗਾ ਜੀ। ਤੋ ਉਹ ਸ਼ਾਇਰੀ 'ਚ ਵੀ ਮੇਰਾ ਮਹਿਬੂਬ ਕੀ ਹੁੰਦਾ, ਪਹਿਲਾਂ ਤਾਂ ਮਹਿਬੂਬ ਬਾਰੇ ਮੈਂ ਗੱਲ ਕੀਤੀ, ਮਹਿਬੂਬ ਕੀ ਹੁੰਦਾ ਜੀ, ਅਤੇ ਉਹ ਪਤਾ ਲੱਗਿਆ ਵੀ ਮਹਿਬੂਬ ਜਿਹੜਾ ਮਿੱਤਰ ਦੋਸਤ ਹੁੰਦਾ ਹੈ ਜਾਂ ਜਿਹਨੂੰ ਪਿਆਰ ਕਰੋ ਹੁੰਦਾ ਜੀ। ਅਤੇ ਫਿਰ ਮੈਂ ਪਿਤਾ ਨੂੰ ਸਵਾਲ ਕੀਤਾ, ਮੰਨ ਲਓ ਮਹਿਬੂਬ ਇੱਕ ਹੋ ਸਕਦਾ, ਅਤੇ ਮੇਰੇ ਪਿਤਾ ਨੇ ਕੁਛ ਦੇਰ ਸੈਕਿੰਡ ਕੁ ਚੁੱਪ ਰਹਿ ਕੇ ਕਿਹਾ ਸੀ ਵੀ ਹਾਂ ਇੱਕ ਹੋ ਸਕਦਾ। ਤੋ ਫਿਰ ਮੈਂ ਕਲਪਿਤ ਮਹਿਬੂਬ ਨੂੰ ਚਿਤਵੇ ਹੋਏ ਮਹਿਬੂਬ ਦੇ ਉੱਤੇ ਕਵਿਤਾਵਾਂ ਲਿਖੀਆਂ। ਇਹ ਕਿਹੜੇ ਵਰ੍ਹਿਆਂ ਦੀ ਗੱਲ ਹੈ? ਵਰੇ ਉਹ ਨੇ ਜਦੋਂ ਮੈਂ 12, 13, 14, 15 ਸਾਲ ਦੀ ਸਾਂ ਜੀ, 16, 17 ਸਾਲ 'ਤੇ ਆਉਂਦੇ ਜੀ, ਅਤੇ ਫਿਰ ਮੈਂ 18ਵਾਂ ਸਾਲ ਕੰਪਲੀਟ ਕਰ ਲਿਆ ਸੀ। ਅਤੇ ਜਦੋਂ ਮੈਂ ਰੰਧਾਵਾ ਜੀ ਨੂੰ ਚਿੱਠੀ ਲਿਖੀ ਅਤੇ ਮੇਰੀ ਮੁਲਾਕਾਤ ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਨਾਲ ਕਰਵਾਈ, ਅਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲਦੀ ਹਾਂ ਜਾ ਕੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ, ਔਰ ਉਹ ਮੈਨੂੰ ਕਹਿੰਦੇ ਨੇ ਕਿ ਆ ਜਾਇਆ ਕਰ, ਕਵਿਤਾ ਸੁਣਾ ਜਾਇਆ ਕਰ। ਬੁਰਾ ਤਾਂ ਬਹੁਤ ਲੱਗਿਆ ਸੀ ਕਿ ਮੈਂ ਤਾਂ ਮੁੱਖ ਬੰਦ ਲਿਖਾਉਣ ਆਈ ਸੀ, ਬੰਦਾ ਕਰਦਾ ਕੀ ਆ ਇਹ ਜੀ। ਤੋ
ਇੱਥੇ ਮੈਂ ਇੱਕ ਗੱਲ ਹੋਰ ਦੱਸ ਦਿਆਂ, ਕਿਉਂਕਿ ਮੈਂ ਅੰਮ੍ਰਿਤਾ ਪ੍ਰੀਤਮ ਦੇ ਕਵਿਤਾਵਾਂ ਬੜੀਆਂ ਲਿਖੀਆਂ ਸੀਗੀਆਂ ਜੀ। ਉਹ ਅੱਜ ਵੀ ਹੈਗੀਆਂ ਨੇ, ਉਹ ਤਾਰਿਆਂ ਦੇ ਛੱਜ ਮੇਰੀ ਕਿਤਾਬ ਹੈਗੀ ਇੱਕ ਜੀ। ਅੰਮ੍ਰਿਤਾ ਪ੍ਰੀਤਮ ਬਾਰੇ ਮੈਂ ਬੜੀਆਂ ਕਵਿਤਾਵਾਂ ਲਿਖੀਆਂ। ਪਹਿਲੀ ਕਵਿਤਾ ਤਾਂ ਸੀ ਵਾਰਸ ਕੂਕਿਆ ਚੁਚਕਦੀ ਹੀਰ ਬਦਲੇ, ਜਿਹੜੀ ਉਹਨੇ ਲਿਖਿਆ ਸੀ ਅੱਜ ਆਖਾਂ ਵਾਰਿਸ ਸ਼ਾਹ ਨੂੰ। ਜੀ ਜੀ। ਕਿਉਂਕਿ ਇੱਥੇ ਸ਼ਾਇਦ ਸਾਡੇ ਕੋਲ ਉਨਾ ਸਮਾਂ ਨਹੀਂ ਹੈਗਾ, ਤਾਂ ਮੈਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਪ੍ਰੋਫੈਸਰ ਮੋਹਨ ਸਿੰਘ ਵੀ ਆਵਾਂਗੇ, ਪਰ ਮੈਂ ਪੁੱਛਣਾ ਇਹ ਚਾਹੁੰਦਾ ਕਿ ਜੇ ਇਸ ਕੱਚੀ ਉਮਰ ਦੇ ਵਿੱਚ ਤੁਸੀਂ ਮੁਹੱਬਤ ਦੀ ਗੱਲ ਕੀਤੀ ਹੈ, ਅੰਮ੍ਰਿਤਾ ਪ੍ਰੀਤਮ ਤੋਂ ਤੁਸੀਂ ਪ੍ਰੇਰਿਤ ਹੁੰਦੇ ਹੋ, ਕੀ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਜਿਹੜੀ ਆ ਉਹ ਤੁਹਾਨੂੰ ਇਸ ਕਰਕੇ ਰੋਮਾਂਚਿਤ ਕਰ ਰਹੀ ਸੀ ਕਿਉਂਕਿ ਉਹ ਬਹੁਤ ਸੌਖੀ ਤੇ ਸਰਲ ਸੀ ਤੇ ਤੁਸੀਂ ਵੀ ਉੱਦਾਂ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ? ਸ਼ਾਇਦ ਇੱਕ ਕਾਰਨ ਇਹ ਹੈਗਾ ਜੀ ਕਿ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਸਿੱਧੀ ਦਿਲ 'ਚ ਲੱਗਦੀ ਸੀ, ਜਾ ਕੇ ਸੌਖੀ ਸੀ, ਆਪਣੀ ਭਾਸ਼ਾ 'ਚ ਸੀ। ਜੇ ਬਾਕੀ ਸ਼ਾਇਰ ਪੜ੍ਹੇ ਮੈਂ ਉਹ ਜੀ। ਪ੍ਰੋਫੈਸਰ ਮੋਹਨ ਸਿੰਘ ਵੀ ਸਿੱਧਾ ਸ਼ਾਇਰ ਸੀ, ਸੌਖਾ ਸ਼ਾਇਰ ਸੀ, ਲੇਕਿਨ ਇਹਨਾਂ ਦੋਨਾਂ ਦੇ ਹੁੰਦਿਆਂ ਕਵਿਤਾ ਮੈਨੂੰ ਅੰਮ੍ਰਿਤਾ ਪ੍ਰੀਤਮ ਦੀ ਨਹੀਂ ਮੈਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਤੋ ਅੰਤःਕਰਨ ਦੇ ਵਿੱਚ ਉਹ ਕਵਿਤਾ ਜਿਹੜੀ ਸਾਰੀ ਪਹਿਲਾ ਕਾਵਿ ਸੰਗ੍ਰਹਿ ਜਿਹੜਾ ਕਿ 74 ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਫਿਰ ਆਪਣੀ ਮੁੱਖ ਬੰਦ ਲਿਖ ਕੇ ਤੇ ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ ਕਿਤਾਬ ਛਾਪੀ ਸੀ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਕੋਲ ਜਦੋਂ ਤੁਸੀਂ ਜਾਂਦੇ ਹੋ, MS ਰੰਧਾਵਾ ਤੁਹਾਨੂੰ ਭੇਜਦੇ ਆ ਉਹਨਾਂ ਦੇ ਕੋਲ, ਤੇ ਪ੍ਰੋਫੈਸਰ ਮੋਹਨ ਸਿੰਘ ਤੁਹਾਡੇ ਦੱਸਣ ਦੇ ਮੁਤਾਬਕ ਤੁਹਾਡੇ ਵੱਲ ਤਾਂ ਇਸ ਤਰ੍ਹਾਂ ਖਿੱਚੇ ਗਏ ਕਿ ਤੁਸੀਂ ਬਹੁਤੀਆਂ ਕਵਿਤਾਵਾਂ ਅੰਮ੍ਰਿਤਾ ਪ੍ਰੀਤਮ ਦੀ ਪੋਇਟਰੀ ਤੋਂ ਪ੍ਰਭਾਵਿਤ ਹੋ ਕੇ ਜਾਂ ਅੰਮ੍ਰਿਤਾ ਪ੍ਰੀਤਮ ਬਾਰੇ ਵੀ ਲਿਖੀਆਂ। ਤੇ ਮੈਨੂੰ ਇਹ ਦੱਸੋ ਵੀ ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ ਦਾ ਤੁਹਾਡੇ ਤੇ ਕਿੰਨਾ ਕੁ ਪ੍ਰਭਾਵ ਪਿਆ? ਦੇਖੋ, ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ ਦਾ ਪ੍ਰਭਾਵ ਤਾਂ ਇਹ ਪਹਿਲੀ ਗੱਲ ਸੀ ਕਿ ਮੈਨੂੰ ਖਿੱਚਣਾ ਕਿਸ ਨੇ ਖਿੱਚਿਆ, ਅੰਮ੍ਰਿਤਾ ਦੀ ਸ਼ਾਇਰੀ ਨੇ ਮੈਨੂੰ ਖਿੱਚਿਆ। ਲੇਕਿਨ ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰੀ ਦੇ ਵੀ ਜਿਹੜੇ ਵੱਖਰੇ ਰੰਗ ਸੀ ਉਸ ਦੇ, ਉਹ ਮੇਰਾ ਰਾਧ ਸੇਰਾ ਵੀ ਬਣੇ। ਪ੍ਰੋਫੈਸਰ ਮੋਹਨ ਸਿੰਘ ਦੀ ਸੰਗਤ ਨੇ ਵੀ ਉਹਨਾਂ ਵੱਲ ਚਾਨਣ ਪਾਇਆ। ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ ਦੁਨੀਆ ਦੇ ਮੁਹੱਬਤ ਤੋਂ ਹਟ ਕੇ ਦੁਨੀਆ ਦੇ ਹੋਰ ਦੁੱਖ ਵੀ ਹੁੰਦੇ ਨੇ, ਇਹ ਵੀ ਪ੍ਰੋਫੈਸਰ ਮੋਹਨ ਸਿੰਘ ਨੇ ਮੈਨੂੰ, ਜਦੋਂ ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਮੈਨੂੰ ਕਿਹਾ ਵੀ ਆਹ ਪੜ੍ਹ ਬਹੁਤ ਸਾਰਾ ਲਿਟਰੇਚਰ ਪੜ੍ਹਾਇਆ, ਤੋ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੀਆਂ ਵੱਖਰੀਆਂ ਵਿਧਾਵਾਂ, ਜਿਹੜੀਆਂ ਉਹਦੀ ਵੱਖਰੇ ਸਮਾਜਿਕ ਸਰੋਕਾਰ ਸੀਗੇ ਵੱਖਰੇ ਉਹਦੀ ਕਵਿਤਾ ਦੇ, ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ। ਜਿਹੜੀ ਕਵਿਤਾ ਅੰਤःਕਰਨ ਦੀ ਹੈ, ਤੁਹਾਡੀ ਪਹਿਲੀ ਕਿਤਾਬ ਜਿਹੜੀ ਆ ਮੁਹੱਬਤ ਦੀ ਕਵਿਤਾ ਸਾਰੀ, ਉਸ ਤੋਂ ਬਾਅਦ ਦੌਰ ਬਦਲਦੇ ਨੇ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰਾਜਸੀ ਲਹਿਰਾਂ ਵੀ ਚੱਲੀਆਂ, ਉਹਦੇ ਨਾਲ ਸਾਹਿਤਕ ਲਹਿਰਾਂ ਵੀ ਚੱਲੀਆਂ, ਕਦੇ ਪ੍ਰਗਤੀਵਾਦੀ ਦੌਰ ਆ ਗਿਆ, ਕਦੇ ਜੁਝਾਰਵਾਦੀ ਦੌਰ ਆ ਗਿਆ, ਕਦੇ ਪ੍ਰਯੋਗਵਾਦੀ ਦੌਰ ਆ ਗਿਆ। ਉਸ ਦੌਰ ਤੋਂ ਅਣਭਿੱਜ ਰਹਿ ਕੇ ਤੁਸੀਂ ਅੰਤःਕਰਨ ਤੋਂ ਬਾਅਦ ਦੀ ਜਿਹੜੀ ਕਵਿਤਾ ਆ ਉਹ ਬਿਲਕੁਲ ਵੱਖਰੀ ਕਵਿਤਾ ਹੈ। ਹਰ ਦੌਰ ਤੋਂ ਤੁਸੀਂ ਲੰਘੇ ਹੋ ਪਰ ਕਿਸੇ ਤੋਂ ਪ੍ਰਭਾਵਿਤ ਉਸ ਰੂਪ 'ਚ ਨਹੀਂ ਹੋਏ, ਉਹਦਾ ਕੀ ਕਾਰਨ ਰਿਹਾ? ਸ਼ਾਇਦ ਮੈਂ ਕੁਝ ਕਵਿਤਾਵਾਂ ਲਿਖੀਆਂ, ਉਹ ਬਾਅਦ ਵਿੱਚ ਛਾਪੀਆਂ ਵੀ ਮੈਂ, ਲੇਕਿਨ ਇੱਕ ਕਿਸਮ ਦਾ ਕਿ ਵੀ ਚਾਹੇ ਮੈਂ ਕਾਮਰੇਡ ਦੀ ਕੁੜੀ ਸੀ, ਮੇਰੇ ਪਿਤਾ, ਮੈਨੂੰ ਕੋਈ ਐਸੀ ਨਹੀਂ ਵਰਜਨਾ ਨਹੀਂ ਸੀਗੀ, ਲੇਕਿਨ ਮੈਨੂੰ ਉਸ ਕਿਸਮ ਦੇ ਬੰਦਿਆਂ 'ਚ ਮੈਂ ਵਿਚਰੀ ਨਹੀਂ ਆ। ਜਿਵੇਂ ਪਾਸ਼ ਸੀ ਜਾਂ ਪਾਤਰ ਨੂੰ ਮਿਲੀ 72 'ਚ, ਲੇਕਿਨ ਉਹ ਉਸ ਤਰ੍ਹਾਂ ਦਾ ਮਿਲਣਾ ਨਹੀਂ ਸੀਗਾ। ਉਸ ਕਿਸਮ ਦੀਆਂ ਜਿਹੜੀਆਂ ਕਹਿੰਦੇ ਹੁੰਦੇ ਨੇ, ਜਿਹੜੀਆਂ ਉਹ ਗੋਸ਼ਟੀਆਂ ਹੁੰਦੀਆਂ ਸੀ ਜਾਂ ਗੱਲਬਾਤ ਹੁੰਦੀ ਸੀ, ਜਾਂ ਉਸ ਕਿਸਮ ਦਾ ਲਿਟਰੇਚਰ ਜਿਹੜਾ ਸੀਗਾ, ਮੈਨੂੰ ਕਿਤੇ ਇਹ ਵੀ ਲੱਗਦਾ ਰਿਹਾ ਕਿ ਇਹ ਵਕਤੀ ਗੱਲਾਂ ਨੇ, ਕਿਤੇ ਇਹ ਵੀ ਲੱਗਦਾ ਰਿਹਾ ਵੀ ਇਹ ਕਈਆਂ ਦੀ ਜ਼ਿੰਦਗੀ ਤੋਂ ਵੀ ਮੈਂ ਵਾਕਿਫ ਸੀਗੀ ਕਿ ਵੀ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਸੋ ਸ਼ਾਇਦ ਇਹ ਵੀ ਕਾਰਨ ਇੱਕ ਰਿਹਾ ਹੋਵੇ। ਲਹਿਰਾਂ ਦਾ ਸਾਹਿਤ ਜਿਹੜਾ ਆ ਉਹ ਕਿੰਨਾ ਕੁ ਜ਼ਿਆਦਾ ਸਦੀਵੀ ਹੁੰਦਾ, ਲਹਿਰਾਂ ਦਾ ਚਿਰਜੀਵੀ ਨਹੀਂ ਹੁੰਦਾ। ਪਰ ਕੁਝ ਕਵੀ ਹੈਗੇ, ਤੁਸੀਂ ਜ਼ਿਕਰ ਕੀਤਾ ਸੁਰਜੀਤ ਪਾਤਰ ਦਾ ਜ਼ਿਕਰ ਕੀਤਾ, ਸੰਤੋਖ ਸਿੰਘ ਧੀਰ ਕਹਾਣੀ 'ਚ ਸੀਗੇ, ਕਵਿਤਾ 'ਚ ਸੀਗੇ, ਇਹ ਪ੍ਰਗਤੀਵਾਦੀ ਦੌਰ ਦੇ ਲੋਕ ਨੇ। ਨਹੀਂ, ਅੰਮ੍ਰਿਤਾ ਦਾ ਹੀ ਮੈਂ ਜ਼ਿਕਰ ਕੀਤਾ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ, ਚਾਹੇ ਉਹਦੀ ਕਵਿਤਾ ਹੈਗੀ, ਉਹ ਸਾਰੀਆਂ ਕਵਿਤਾਵਾਂ ਦੇ ਉੱਪਰ ਭਾਰੂ ਹੈ। ਉਹ ਇੱਕ ਵਕਤੀ ਦੌਰ ਦੇ ਵਿੱਚ 47 ਦਾ ਦੌਰ ਹੈ, ਲਿਖ ਰਹੀ ਹੈ, ਲੇਕਿਨ ਉਹ ਕੁਝ ਕਵਿਤਾਵਾਂ ਜਿਉਂਦੀਆਂ, ਪਾਤਰ ਦੀਆਂ ਕਵਿਤਾਵਾਂ, ਇੱਕੋ ਹੀ ਕਵਿਤਾ ਆ, ਕੁਝ ਕਿਹਾ ਤਾਂ ਹਨੇਰਾ ਜਰੇਗਾ, ਉਹਨਾਂ ਦੀ ਗਜ਼ਲ ਹੈ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਤੋ ਇਹ ਪਾਸ਼ ਦੀ, ਪਾਤਰ ਸਾਹਿਬ ਦੀ ਤੇ ਪਾਸ਼ ਦੀ ਤੇ ਸਾਰੀ ਕਵਿਤਾ ਹੀ ਲਗਭਗ ਸਦੀਵੀ ਹੈ, ਕੋਈ ਉਹਨਾਂ ਨੂੰ ਪੇਤਲੀ ਨਹੀਂ ਕਿਹਾ ਜਾ ਸਕਦਾ, ਜਦ ਕਿ ਉਹ ਲਹਿਰਾਂ ਦੇ ਵਿੱਚੋਂ ਨਿਕਲ ਕੇ ਆਇਆ। ਲਾਲ ਸਿੰਘ ਦਿਲ ਹੈ, ਸੰਤਰਾਮ ਉਦਾਸੀ ਹੈ। ਸੋ ਤੁਸੀਂ ਹੁਣ ਇਹ ਦੱਸੋ ਵੀ 84 ਦਾ ਜਿਹੜਾ ਸਮਾਂ ਸੀ, ਜਾਂ ਉਹ ਜਿਹੜਾ ਦੌਰ 20 ਸਾਲ ਪੰਜਾਬ ਨੇ ਜਿਹੜੇ ਆਪਣੇ ਪਿੰਡੇ ਤੇ ਹੰਢਾਏ ਆ, ਉਸ ਦੌਰ 'ਚ ਤੁਸੀਂ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਉਹਦੇ ਬਾਰੇ ਤੁਸੀਂ ਜ਼ਿਕਰ ਜ਼ਰੂਰ ਕਰੋ। ਉਹ ਦੌਰ ਨੂੰ ਜਿਵੇਂ ਮੈਂ ਆਪਣੇ ਪਿੰਡੇ ਤੇ ਹੰਢਾਇਆ ਹੋਵੇ, ਜਿਹੜੀਆਂ ਕਿ ਔਰਤਾਂ ਟਾਇਰ ਲਾ ਪਾ ਕੇ ਸਾੜ ਦਿੱਤੇ ਗਏ ਸੀ ਦਿੱਲੀ, ਜਿਹੜੀ ਉਹ ਵਿਧਵਾ ਕਲੋਨੀ ਦੀਆਂ ਔਰਤਾਂ ਨੇ, ਮੈਂ ਉਹਨਾਂ ਨੂੰ ਮਿਲਣ ਵੀ ਗਈ, ਉਹਨਾਂ ਦੇ ਰੁਦਨ ਮੈਨੂੰ ਆਪਣੇ ਲੱਗੇ। ਅੱਛਾ ਜੀ। ਕਿ ਤੁਸੀਂ ਇੱਕ ਬੀਜ ਨਾਸ਼ ਕਰਤਾ ਉਸ ਦੌਰ ਦਾ, ਉਸ ਸਮੇਂ ਦਾ।
ਕੋਈ ਨਜ਼ਮ ਉਸ ਸਮੇਂ ਦੀ ਜਾਂ ਗੀਤ ਉਸ ਸਮੇਂ ਦਾ, ਮਤਲਬ ਮੁਖੜਾ ਜਾਂ ਇੱਕ ਸਾਡਾ ਸੂਰਜ ਵੀ ਮੋੜੋ, ਸਾਡਾ ਚਾਨਣ ਵੀ ਮੋੜੋ, ਕਿਤੇ ਖਾ ਨਾ ਜਾਣ ਚੰਦਰੇ ਹਨੇਰੇ। ਜੀ ਕੱਟ ਬੇੜੀਆਂ ਪੈਰਾਂ 'ਚ ਅਸਾਂ ਬਿਜਲੀ ਸੀ ਬੱਧੀ, ਸਾਡੇ ਪੈਰਾਂ 'ਚੋਂ ਹਟਾਓ ਕਾਲੇ ਪੰਨ ਦੇ ਲਮੇਰੇ। ਜੀ ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ, ਸਾਡਾ ਚਾਨਣ ਚੁਰਾ ਕੇ ਤੁਸੀਂ ਕਿੱਥੇ ਭੱਜ ਚੱਲੇ। ਅਸੀਂ ਹਿੰਮਤਾਂ ਦੇ ਜਾਏ ਅਸਾਂ ਵੰਡਣੇ ਸਵੇਰੇ। ਜੀ ਸਾਡੇ ਪੈਰਾਂ ਨਾਲ ਕਾਲ ਜਿਹੜਾ ਬੰਨਿਆ ਤੁਸਾਂ ਨੇ, ਜੀ ਤੁਹਾਡੇ ਸਿਰਾਂ ਉੱਤੇ ਕੂਕੂ ਜਦੋਂ ਹੋਣਗੇ ਨਵੇੜੇ। ਬਹੁਤ ਅੱਛਾ। ਤੇ ਇਦਾਂ ਦਾ ਇੱਕ ਗੀਤ ਤੁਹਾਡਾ ਹੈ ਕੁਝ ਇਸ ਕਿਸਮ ਦਾ ਵੀ ਦੀਵਾ ਬਾਲ ਕੇ ਕਿੱਥੇ ਰੱਖੀਏ? ਉਹ ਵੀ ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਜੀ ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ। ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ। ਜੀ ਰੁੱਖਾਂ ਨੂੰ ਲੈ ਕੇ ਕਲਾ ਵਿੱਚ ਆਪਣੇ, ਰੁੱਖਾਂ ਦੀ ਛਾਵੇਂ ਭਲੀ ਨੀਂਦ ਸੁੱਤੇ। ਨਾ ਰੁੱਖ ਹੈ ਨਾ ਛਾਂ ਹੈ, ਨਾ ਦਿਲ ਬਰਕੜਾਵੇ, ਭੱਜੀਆਂ ਨੇ ਬਾਹੀਂ ਜਾਂ ਸੁਪਨੇ 'ਚ ਉੱਠੇ। ਬਹੁਤ ਅੱਛਾ। ਜਦੋਂ ਤੁਸੀਂ ਇਹ ਨਜ਼ਮਾਂ ਲਿਖ ਰਹੇ ਸੀ, ਇਹ ਮੇਰਾ ਖਿਆਲ ਕਾਲਾ ਬਾਗ ਕਾਵਿ ਸੰਗ੍ਰਹਿ 'ਚ ਤੁਹਾਡੇ ਜਾਂ ਚੰਦਰੇ ਹਨੇਰੇ ਤੇ ਕਾਲਾ ਬਾਗ ਮੇਰਾ ਦੂਸਰਾ ਕਾਵਿ ਸੰਗ੍ਰਹਿ ਹੈ। ਅੰਤःਕਰਨ ਤੋਂ ਕਾਲਾ ਬਾਗ ਤੱਕ ਆਉਂਦਿਆਂ ਹੋਇਆ ਤੁਹਾਡੀ ਪੋਇਟਰੀ 'ਚ ਕਿੰਨਾ ਕੁ ਫਰਕ ਪਿਆ? ਬਹੁਤ। ਮਤਲਬ ਉਹਦਾ ਕਾਰਨ ਵੀ ਕੀ ਰਿਹਾ, ਜਾਂ ਪਰਪੱਖ ਹੁੰਦੇ ਚਲੇ ਗਏ ਤੁਸੀਂ, ਜਾਂ ਪਹਿਲੀਆਂ ਕਵਿਤਾਵਾਂ ਨੂੰ, ਅੰਤःਕਰਨ ਦੀਆਂ ਕਵਿਤਾਵਾਂ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਉਹ ਮੈਂ ਉਹਨਾਂ ਨੂੰ ਡਿਸਕਾਰਡ ਨਹੀਂ ਕਰਦੀ ਕਿਉਂਕਿ ਮੇਰਾ ਉਹ ਪਹਿਲਾ ਕਦਮ ਸੀ। ਜੀ। ਤੋ ਬੱਚੇ ਦੀ ਜਿਹੜੀ ਪਹਿਲੀ ਕਿਲਕਾਰੀ ਹੁੰਦੀ ਹੈ ਜਾਂ ਪਹਿਲਾ ਸਟੈਪ ਹੁੰਦਾ, ਉਹ ਮਾਂ ਕਦੀ ਨਹੀਂ ਭੁੱਲਦੀ। ਮੈਨੂੰ ਆਪਣੀਆਂ ਸਾਰੀਆਂ ਨਜ਼ਮਾਂ ਉਹਨਾਂ ਨੂੰ ਉਹ ਮੇਰਾ ਉਸ ਉਮਰ 'ਚ ਮੈਂ ਉਹੀ ਲਿਖ ਸਕਦੀ ਸੀ। ਉਦੋਂ ਬਾਅਦ 'ਚ ਫਿਰ ਮੈਂ 85 ਵਿੱਚ, 74 ਤੋਂ ਬਾਅਦ 85 'ਚ ਮੇਰੀ ਕਿਤਾਬ ਆਉਂਦੀ ਹੈ। ਜੀ। ਤੋ ਜਦੋਂ ਇਹ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਚਿੱਠੀ ਹੈ ਮੇਰੇ ਨਾਲ ਜੀ ਕਿ ਜਿਸ ਦਿਨ ਤੇਰਾ ਕਾਵ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ, ਦੁਨੀਆ ਆਪੇ ਮੰਨ ਜਾਏਗੀ। ਜੀ। ਜਾਂ ਉਹਨਾਂ ਦਾ ਮੈਨੂੰ ਬਹੁਤ ਸਾਰਾ ਲਿਟਰੇਚਰ ਪੜ੍ਹਾਉਣਾ, ਪ੍ਰੇਰਨਾ ਉਹਦੇ ਵਾਸਤੇ, ਕਿਤਾਬਾਂ ਵੀ ਦੇਣੀਆਂ। ਤੇ ਮੇਰੇ ਅੰਦਰ ਇੱਕ ਜਿਗਿਆਸਾ ਜਾਗੀ ਸੀ। ਮੈਂ ਹਰ ਕਿਸਮ ਦਾ ਲੇਖਕ ਪੜ੍ਹਿਆ। ਮੈਨੂੰ ਲੱਗਦਾ ਸੀ ਕਿ ਨਹੀਂ, ਜੋ ਕੁਛ ਮੈਂ ਲਿਖਿਆ, ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਉਹ ਕਵਿਤਾਵਾਂ ਉਹ ਅੱਜ ਵੀ ਪਈਆਂ ਨੇ, ਮੈਂ ਛਾਪੀਆਂ ਨਹੀਂ ਕਿਤੇ। ਇਹ ਨਹੀਂ ਕਿ ਮੈਂ ਸਾਲ ਚੁੱਪ ਹੋ ਗਈ ਸਾਂ। ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆਉਂਦੀ ਹਾਂ, MA ਕਰਦੀ ਹਾਂ, MPhil ਕਰਦੀ ਹਾਂ। ਉਹਨਾਂ ਦੌਰ ਦੇ ਵਿੱਚ ਜਿਹੜੇ ਲੋਕ ਮਿਲੇ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬ੍ਰੇਰੀ ਖਾਸ ਤੌਰ 'ਤੇ, ਹਾਲਾਂਕਿ ਐਗਰੀਕਲਚਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਮਿਸ ਫੂਲ ਹੁੰਦੀ ਸੀ, ਉਹਨਾਂ ਕੋਲ ਮੈਂ ਪ੍ਰੋਫੈਸਰ ਮੋਹਨ ਸਿੰਘ ਨੇ ਕਿਹਾ ਹੋਇਆ ਸੀ ਵੀ ਇਹਦੇ ਮਨਜੀਤ ਜਿਹੜੀ ਕਿਤਾਬ ਚਾਹੇ ਦੇ ਦਿਓ ਤੁਸੀਂ। ਮੈਂ ਲੈਂਦੀ ਸਾਂ, ਪੜ੍ਹਦੀ ਸਾਂ। ਲੇਕਿਨ ਸਭ ਤੋਂ ਜ਼ਿਆਦਾ ਮੈਂ ਜਿਹੜਾ ਪੜ੍ਹੀ ਹਾਂ ਆਪਣੇ MA ਔਰ MPhil ਦੇ ਦੌਰਾਨ, ਜਿਹੜਾ ਪੜ੍ਹੀ ਹਾਂ, ਔਰ ਜਿਸ ਤਰ੍ਹਾਂ ਦੀਆਂ ਮੈਂ ਨਜ਼ਮਾਂ ਲਿਖੀਆਂ ਨੇ ਕਿ ਉਹ ਲੰਬੀਆਂ ਨਜ਼ਮਾਂ ਨੇ। ਤੁਹਾਨੂੰ ਵੀ ਪਤਾ ਕਿ ਲੰਬੀ ਨਜ਼ਮ ਨੂੰ ਦਾ ਟਰੀਟਮੈਂਟ ਕਿੰਨਾ ਔਖਾ ਹੁੰਦਾ ਹੈ। ਕਾਲਾ ਬਾਗ ਦੀਆਂ ਸਾਰੀਆਂ ਨਜ਼ਮਾਂ, ਔਰ ਸਾਰੀਆਂ ਹੀ ਨਜ਼ਮਾਂ ਮੇਰੀਆਂ ਬੜੀਆਂ ਚਰਚਿਤ ਰਹੀਆਂ ਨੇ ਕਾਲਾ ਬਾਗ ਦੀਆਂ। ਔਰ ਕਾਲਾ ਬਾਗ ਦੀਆਂ ਨਜ਼ਮਾਂ ਸੁਣ ਕੇ ਡਾਕਟਰ ਅਤਰ ਸਿੰਘ ਨੇ ਇੱਕ ਵਾਰ ਮੈਨੂੰ ਕਿਹਾ ਕਿ ਬੀਬਾ, ਜਦੋਂ ਤੂੰ ਕਿਤਾਬ ਛਾਪੇਂਗੀ ਤੇ ਮੈਂ ਇਹਦਾ ਮੁੱਖਬੰਦ ਲਿਖੂੰਗਾ। ਇਹ ਮੇਰੇ ਲਈ ਬਹੁਤ ਵੱਡਾ ਅਵਾਰਡ ਸੀ। ਤੋ 85 ਵਿੱਚ ਫਿਰ ਇਹ ਮੇਰੇ ਕਾਲਾ ਬਾਗ ਕਿਤਾਬ ਛਪੀ ਤੇ ਉਹਦਾ ਮੁੱਖਬੰਦ ਫਿਰ ਅਤਰ ਸਿੰਘ ਉਹਨਾਂ ਨੇ ਲਿਖਿਆ। ਤੇ ਲੇਕਿਨ ਇਹਦੇ ਵਿੱਚ ਹੀ ਜਦੋਂ ਸਾਡਾ ਜਿਹੜਾ ਕਾਲਾ ਦੌਰ ਸ਼ੁਰੂ ਹੋ ਗਿਆ ਸੀਗਾ, ਉਸ ਕਾਲੇ ਦੌਰ ਦੀਆਂ ਨਜ਼ਮਾਂ ਜਿਹੜੀਆਂ ਹੈਗੀਆਂ, ਚੰਦਰੇ ਹਨੇਰੀ ਦੀਆਂ ਨਜ਼ਮਾਂ ਜਿਹੜੀਆਂ ਨੇ, ਕਿਉਂਕਿ ਉਸ ਵੇਲੇ ਇੰਨਾ ਕੁ ਮੰਦਾ ਦੌਰ ਆ ਗਿਆ ਸੀਗਾ ਕਿ ਇਹ ਦੌਰ ਦੀਆਂ ਕਵਿਤਾਵਾਂ ਛਾਪਣ ਨੂੰ ਵੀ ਕੋਈ ਤਿਆਰ ਨਹੀਂ ਸੀਗਾ। ਤੋ ਇਹ ਸ਼੍ਰੀ ਜੱਸੋਵਾਲ ਜੀ ਨੂੰ ਜਾਂਦਾ, ਜਗਦੇਵ ਸਿੰਘ ਜੱਸੋਵਾਲ ਜੀ ਨੂੰ। ਮੈਨੂੰ ਕਹਿੰਦੇ, ਕੁੜੀਏ ਤੇਰੀਆਂ ਇੰਨੀਆਂ ਸੋਹਣੇ ਗੀਤ ਨੇ, ਇਹਨੂੰ ਛਾਪ ਦੇ। ਮੈਂ ਕਿਹਾ ਜੀ ਕੋਈ ਪਬਲਿਸ਼ਰ, ਮੈਂ ਕਿਹਾ ਬਾਹਲਾ ਹੈ ਨਹੀਂ ਉਹਦੀਆਂ। ਕਹਿੰਦੇ ਆਹ ਨਜ਼ਮ ਕੱਢ ਦੇ, ਆਹ ਨਜ਼ਮ ਕੱਢ ਦੇ। ਕਹਿੰਦੇ ਨਹੀਂ, ਕਹਿੰਦੇ ਆਪਾਂ ਛਾਪਦੇ ਹਾਂ। ਸੋ ਉਹਨਾਂ ਨੇ ਫਿਰ ਸਵਰਨਜੀਤ ਸਵੀ ਨੂੰ, ਮੇਰੇ ਨਾਲ ਹੀ ਸਵਰਨਜੀਤ ਸਵੀ ਸੀ, ਕਹਿੰਦੇ ਬੀਬਾ ਕਿੰਨੇ ਪੈਸੇ ਲੱਗਣਗੇ? ਮੈਂ ਕਿਹਾ ਜੀ ਇਹਨੂੰ ਪੁੱਛ ਲਓ ਕਿੰਨੇ ਪੈਸੇ ਲੱਗਣਗੇ। ਸੋ ਉਸ ਵੇਲੇ ਕਹਿੰਦਾ ਸੀ 5000 ਰੁਪਈਆ ਲੱਗੂ, ਤੇ ਜੱਸੋਵਾਲ ਜੀ ਨੇ ਉਹ 5000 ਰੁਪਈਆ ਦਿੱਤਾ ਤੇ ਕਿਤਾਬ ਛਪੀ। 2 ਐਡੀਸ਼ਨ ਆਏ ਉਹਦੇ। ਔਰ ਵਾਕਈ ਉਹ ਅੱਜ ਵੀ ਉਹ ਕਵਿਤਾਵਾਂ ਉਸੇ ਤਰ੍ਹਾਂ ਜਿਉਂਦੀਆਂ ਨੇ। ਤੁਸੀਂ ਨਜ਼ਮ ਦੀ ਗੱਲ ਕਰ ਰਹੇ ਹੋ, ਨਾਲ ਗੀਤ ਦੀ ਵੀ ਗੱਲ ਕਰ ਰਹੇ ਹੋ। ਤੁਸੀਂ ਬਹੁਤ ਸਾਰੇ ਗੀਤ ਮੈਂ ਤੁਹਾਡੇ ਸੁਣੇ ਆ। ਤੁਸੀਂ ਬਹੁਤ ਅੱਛਾ ਸ਼ਬਦ ਜਿਹੜੇ ਤੁਹਾਡੇ ਉਹਨੂੰ ਸੁਰ ਵੀ ਦਿੰਦੇ ਹੋ। ਗੀਤ ਵਿੱਚ ਜਦੋਂ ਤੁਸੀਂ ਆਉਂਦੇ ਹੋ ਤੇ ਨਜ਼ਮ 'ਚ ਜਦੋਂ ਰਹਿੰਦੇ ਹੋ, ਤੇ ਦੋਨਾਂ ਜਿਹੜੀਆਂ ਸਿਨਫਾਂ ਹੈਗੀਆਂ ਕਵਿਤਾ ਦੀਆਂ, ਇਹਨਾਂ 'ਚ ਕਿੰਨਾ ਕੁ ਤੁਹਾਡੇ ਦਿਲ ਦੇ ਨੇੜੇ ਕਿਹੜੀ ਚੀਜ਼ ਜ਼ਿਆਦਾ, ਗੀਤ ਜਾਂ ਨਜ਼ਮ? ਮੈਂ ਇਸ ਨੂੰ ਵੱਖਰਾ ਵੱਖਰਾ ਨਹੀਂ ਸੋਚ ਸਕਦੀ ਜਾਂ ਮੈਂ ਸੋਚਦੀ। ਮੈਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਗੀਤ ਆਏਗਾ ਜਾਂ ਨਜ਼ਮ ਆਏਗੀ। ਇਹ ਚੱਲ ਰਿਹਾ ਹੁੰਦਾ ਪ੍ਰੋਸੈਸ ਹਰ ਇੱਕ ਦੇ ਦਿਮਾਗ 'ਚ ਚੱਲਦਾ। ਆਉਂਦੀ ਕਿੱਥੋਂ? ਇਹ ਇਲਹਾਮ ਹੈ? ਕੋਈ ਇਲਹਾਮ ਨਹੀਂ, ਤੁਹਾਡੇ ਆਸੇ-ਪਾਸੇ ਹੀ ਸਾਰਾ ਕੁਝ ਹੁੰਦਾ ਹੈ। ਉਹ ਉਸ ਨੂੰ ਮੇਰਾ ਖਿਆਲ ਹੈ ਕਿ ਕੋਈ ਅੱਛਾ ਮੌਕਾ, ਮੈਂ ਜਿੰਨਾ ਕੁਝ ਲਿਖਿਆ ਮੈਂ ਰਾਤ ਨੂੰ ਲਿਖਿਆ।
ਹਾਂ, ਕਈ ਚੀਜ਼ਾਂ ਨੇ। ਮੈਂ ਬੱਸਾਂ ਵਿੱਚ ਵੀ ਟਰੈਵਲ ਆਪਾਂ ਕਰਦੇ ਹਾਂ, ਬਹੁਤ ਜ਼ਿਆਦਾ ਕਰਦੇ ਹਾਂ, ਨੌਕਰੀ ਕਰਦੀ ਸੀ ਜੀ। ਤੋ ਮੈਨੂੰ ਕਦੀ ਇਹ ਨਹੀਂ ਹੋਇਆ ਕਿ ਵੀ ਮੈਂ ਹੁਣ ਗੀਤ ਲਿਖਣ ਬੈਠੀ ਹਾਂ ਤੇ ਮੈਂ ਗੀਤ ਲਿਖੂੰਗੀ ਜੀ। ਸ਼ਾਇਦ ਮੈਂ ਜੇ ਇੱਦਾਂ ਲਿਖਾਂ ਤੇ ਮੈਂ ਸ਼ਾਇਦ ਲਿਖ ਹੀ ਨਹੀਂ ਸਕਦੀ, ਜਾਂ ਮੈਂ ਇਹ ਬੈਠਾਂ ਟੇਬਲ ਦੇ ਉੱਤੇ ਬੈਠਾਂ ਕਿ ਵੀ ਮੈਂ ਹੁਣ ਕਵਿਤਾ ਲਿਖਣੀ ਹੈ, ਤਾਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ। ਹੁਣ ਤੱਕ ਕਿੰਨੇ ਕਾਵਿ ਸੰਗ੍ਰਹਿ ਤੁਹਾਡੇ ਆਏ ਆ? 10 ਕਾਵਿ ਸੰਗ੍ਰਹਿ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ 10 ਕਵਿਤਾ ਦੇ ਸੰਗ੍ਰਹਿ ਦੇਣ ਦੇ ਬਾਵਜੂਦ ਹਾਲੇ ਤੱਕ ਜਿਵੇਂ ਪੰਜਾਬੀ ਦੀ ਕਵਿਤਾ ਦੀ ਆਲੋਚਨਾ ਦੇ ਵਿੱਚ ਤੁਹਾਨੂੰ ਰੱਖਿਆ ਜਾਣਾ ਚਾਹੀਦਾ ਸੀ, ਉਸ ਢੰਗ ਦਾ ਜਿਹੜਾ ਰੁਤਬਾ ਤੁਹਾਡੇ ਕੋਲ ਨਹੀਂ ਤੁਹਾਨੂੰ ਮਿਲ ਸਕਿਆ, ਇਹਦਾ ਕੀ ਕਾਰਨ ਲੱਭਦੇ? ਦੇਖੋ, ਇਹ ਤਾਂ ਆਲੋਚਕਾਂ ਨੂੰ ਪਤਾ ਹੋਏਗਾ ਜੀ। ਇਹ ਵੀ ਮੈਨੂੰ ਦੱਸਣ 'ਚ ਕੋਈ ਗੁਰੇਜ਼ ਨਹੀਂ ਕਿ ਮੈਂ ਕਿਸੇ ਦੇ ਕੋਲ ਗਈ ਨਹੀਂ ਵੀ ਮੇਰੀ ਗੱਲ ਕਰੋ ਜੀ। ਤਾਂ ਮੈਨੂੰ ਲੱਗਦਾ ਕਿ ਇਹ ਇੱਕ ਕਿਸਮ ਦਾ ਜਿਵੇਂ ਵਪਾਰੀਕਰਨ ਵਾਲਾ ਸਿਸਟਮ ਜਿਹਾ ਮੈਨੂੰ ਲੱਗਦਾ। ਸੌਰੀ, ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੈ। ਤੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਮਤਲਬ ਇੱਕ ਕਿਸਮ ਦਾ ਪਿੱਛੇ ਹੀ ਧੱਕਿਆ ਹੈ। ਅੱਛਾ, ਗੱਲ ਇਹ ਦੱਸੋ ਵੀ ਬਹੁਤ ਸਾਰੇ ਪੁਰਸਕਾਰ ਤੁਹਾਨੂੰ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਉਹਨਾਂ ਨੇ ਦਿੱਤੇ ਆ, ਪਰ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਪੁਰਸਕਾਰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਪੰਜਾਬੀ ਕਵੀ ਦਾ, ਉਹ ਬਹੁਤ ਦੇਰੀ ਬਾਅਦ ਹੁਣ ਤੁਹਾਨੂੰ ਅਨਾਊਂਸ ਹੋਇਆ, ਭਾਵੇਂ ਹਾਲੇ ਮਿਲਿਆ ਨਹੀਂ, ਉਹਦੇ 'ਚ ਕੋਈ ਕਾਨੂੰਨੀ ਅੜਚਣਾਂ ਹੈਗੀਆਂ। ਅਤੇ ਇਨਾਮਾਂ ਸਨਮਾਨਾਂ ਬਾਰੇ ਥੋੜ੍ਹੀ ਜਿਹੀ ਜ਼ਰੂਰ ਗੱਲ ਕਰੋ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਯੋਗ ਲੋਕ ਨੇ ਉਹਨਾਂ ਨੂੰ ਬਹੁਤ ਦੇਰ ਬਾਅਦ ਕਦੇ ਪਛਾਣਿਆ ਜਾਂਦਾ? ਨਹੀਂ, ਮਿਲਦਾ ਹੀ ਨਹੀਂ। ਅੱਛਾ, ਮਿਲਦਾ ਹੀ ਨਹੀਂ ਕਈ ਵਾਰੀ ਜੀ। ਇਹ ਹੁਣ ਮੈਨੂੰ ਤਾਂ ਕਿਉਂ ਕਹਾਉਂਦੇ ਹੋ ਵੀ ਤੁਸੀਂ ਲੋਕ ਬੈਠੇ ਉਸ ਸਭਾ ਦੇ ਵਿੱਚ ਤੇ ਤੁਹਾਨੂੰ ਖਿਆਲ ਆਇਆ ਉਸ ਮੀਟਿੰਗ 'ਚ? ਬਾਕੀ ਪਹਿਲਾਂ ਵੀ ਤਾਂ ਬਹਿੰਦੇ ਹੀ ਸੀਗੇ ਜੀ। ਮਿੱਤਰ ਨੇ, ਕਹਿੰਦੇ ਨੇ ਵੀ ਅਸੀਂ ਤੇ ਚੰਗਾ ਸਮਝਦੇ ਹਾਂ, ਤੂੰ ਵਧੀਆ ਕਵਿਤਾ ਲਿਖਦੀ ਹੈ ਜੀ, ਪਰ ਉਹਨਾਂ ਨੇ ਕਿਉਂ ਨਹੀਂ ਨਾਂ ਲਿਆ? ਇਹ ਉਹ ਜਾਣਦੇ ਹੋਣਗੇ। ਅੱਛਾ, ਇਹ ਦੱਸੋ ਵੀ ਜਿਹੜਾ ਤੁਹਾਡੀ ਸਭ ਤੋਂ ਜ਼ਿਆਦਾ ਚਰਚਿਤ ਪੁਸਤਕ ਹੈ, ਵੱਡਕਾਰੀ ਪੁਸਤਕ ਹੈ, ਉਹਦਾ ਦੂਜਾ ਐਡੀਸ਼ਨ ਵੀ ਆ ਗਿਆ, ਉਹ ਅੰਗਰੇਜ਼ੀ 'ਚ ਵੀ ਸ਼ਾਇਦ ਆ ਰਹੀ ਹੈ ਅਤੇ ਉੱਥੇ ਸ਼ਾਹਮੁਖੀ 'ਚ ਹਿੰਦੀ 'ਚ ਵੀ ਆ ਗਈ ਹੈ, ਸ਼ਾਹਮੁਖੀ 'ਚ ਲਾਹੌਰ 'ਚ ਛਪ ਗਈ ਆ ਉਹ, ਤਾਰਿਆਂ ਦਾ ਛੱਜ। ਜਿਹੜਾ ਸਾਰਾ ਹੀ ਜਿਹੜੇ ਰਿਸ਼ਤੇ ਤੁਹਾਡੇ ਰਹੇ ਨੇ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨਾਲ, ਇੱਕ ਬਾਪ ਧੀ ਦਾ ਰਿਸ਼ਤਾ, ਇੱਕ ਦੋਸਤ ਦਾ ਰਿਸ਼ਤਾ, ਇੱਕ ਮਹਿਬੂਬ ਦਾ ਰਿਸ਼ਤਾ, ਅਤੇ ਅੰਮ੍ਰਿਤਾ ਪ੍ਰੀਤਮ ਨਾਲ ਵੀ ਜਿਹੜੇ ਤੁਹਾਡੇ ਰਿਸ਼ਤੇ ਰਹੇ ਆ, ਉਹ ਸਾਰਾ ਕੁਝ ਉਹਦੇ 'ਚ ਹੈ। ਇਹਦੀ ਸਿਰਜਣ ਪ੍ਰਕਿਰਿਆ ਕੀ ਬਣੀ, ਜਦ ਕਿ ਪ੍ਰੋਫੈਸਰ ਮੋਹਨ ਸਿੰਘ ਦੇ ਜਾਣ ਤੋਂ ਬਾਅਦ ਇਹ ਤੁਸੀਂ ਲਿਖਦੇ ਹੋ? ਦੇਖੋ, ਜੇ ਮੈਂ ਅੰਮ੍ਰਿਤਾ ਜੀ ਨੂੰ ਪ੍ਰੋਫੈਸਰ ਮੋਹਨ ਸਿੰਘ ਦੇ ਜਿਉਂਦਿਆਂ ਮਿਲ ਲੈਂਦੀ, ਜੀ, ਹੋ ਸਕਦਾ ਹੈ ਹੋਂਦ 'ਚ ਹੀ ਨਾ ਆਉਂਦੀ ਜੀ, ਜਾਂ ਇਹਦਾ ਜਿਹੜਾ ਮੂੰਹ ਮੁਹਾਂਦਰਾ ਕੁਛ ਹੋਰ ਹੁੰਦਾ ਜੀ। ਹੁਣ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਮਿਲੀ ਹਾਂ, ਚਾਹੇ ਤੁਸੀਂ ਉਹਨੂੰ ਇੱਕ ਤਰਫਾ ਮੁਹੱਬਤ ਕਹਿ ਰਹੇ ਹੋ ਜਾਂ ਕਹਿ ਦਿਓ, ਜਾਂ ਤੁਸੀਂ ਕਹਿੰਦੇ ਹੋ ਵੀ ਕਦੀ ਇੱਕੋ ਸਮਾਂ ਸੀ ਅੰਮ੍ਰਿਤਾ ਤੇ ਮੋਹਨ ਸਿੰਘ ਨੇੜੇ ਸੀ, ਫਿਰ ਅੰਮ੍ਰਿਤਾ ਲਈ ਉਹ ਕੋਈ ਜ਼ਰੂਰੀ ਨਹੀਂ ਸੀਗਾ ਵੀ ਉਹਦੇ ਨੇੜੇ ਹੀ ਰਹਿੰਦੀ, ਉਹ ਰਸਤੇ ਬਦਲ ਗਏ। ਲੇਕਿਨ ਮੇਰਾ ਖਿਆਲ ਹੈ ਕਿ ਇਹ ਮੇਰਾ ਖਿਆਲ ਨਹੀਂ ਕਿ ਬਿਲਕੁਲ ਠੀਕ, ਬਿਲਕੁਲ ਸੱਚ ਹੈ ਕਿ ਮੋਹਨ ਸਿੰਘ ਉੱਥੇ ਦਾ ਉੱਥੇ ਹੀ ਖੜਾ ਰਿਹਾ, ਮੋਹਨ ਸਿੰਘ ਅੱਗੇ ਨਹੀਂ ਤੁਰਿਆ, ਮੋਹਨ ਸਿੰਘ ਅੰਮ੍ਰਿਤਾ ਨੂੰ ਆਪਣੇ ਨਾਲੋਂ ਨਖੇੜ ਕੇ ਦੇਖ ਨਹੀਂ ਸਕਿਆ। ਇਹ ਮੈਂ ਕਿਉਂ ਕਹਿ ਰਹੀ ਹਾਂ, ਕਿਸ ਜ਼ੋਰ ਦੇ ਕੇ ਜਾਂ ਕਿਸੇ ਪੁਸ਼ਟੀ ਨਾਲ ਕਹਿ ਰਹੀ ਹਾਂ? ਉਹਦੇ ਘਰ ਦੇ ਵਿੱਚ ਉਹਦੀ ਬੀਵੀ, ਉਹਦੀਆਂ ਬੱਚੀਆਂ, ਇਹ ਬੱਚੇ ਉਹਦੇ ਗੱਲਾਂ ਕਰਦੇ ਸੀ, ਉਹ ਚੋਰੀ ਕੋਈ ਨਹੀਂ ਸੀ। ਅੰਮ੍ਰਿਤਾ ਦੀ ਅਣਹੋਂਦ ਵਿੱਚ ਵੀ ਅੰਮ੍ਰਿਤਾ ਦੀ ਹੋਂਦ ਉਸ ਪਰਿਵਾਰ ਦੇ ਵਿੱਚ ਰਹੀ ਹੈ। ਅਤੇ ਤਾਰਿਆਂ ਦੇ ਛੱਜ ਨੂੰ ਪੰਜਾਬੀ ਜਿਹੜੇ ਕਵਿਤਾ ਦੇ ਪਾਠਕ ਨੇ ਉਹਨਾਂ ਨੇ ਕਿਸ ਢੰਗ ਨਾਲ ਲਿਆ, ਜਾਂ ਉਸ ਤੋਂ ਬਾਅਦ ਚਰਚਾ ਕਿੰਨੀ ਹੋਈ ਤਾਰਿਆਂ ਦੀ ਛੱਜ ਦੀ? ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਮੈਂ ਮੋਹਨ ਸਿੰਘ ਹੋਣਾ ਦੀ ਡੈਥ ਹੁੰਦੀ ਹੈ ਮਈ 1978 ਵਿੱਚ, ਜੀ, ਅਤੇ ਮੈਂ ਅੰਮ੍ਰਿਤਾ ਜੀ ਨੂੰ ਮਿਲਣ ਜਾਂਦੀ ਹਾਂ 1980 ਵਿੱਚ। ਜੀ, ਪਹਿਲੀ ਹੀ ਗੱਲ ਜਿਹੜੀ ਅੰਮ੍ਰਿਤਾ ਜੀ ਦੀ, ਉਹ ਸ਼ਾਇਦ ਮੈਨੂੰ ਚੰਗੀ ਵੀ ਨਹੀਂ ਲੱਗੀ। ਜੀ, ਸ਼ਾਇਦ ਇਹ ਕਾਰਨ ਵੀ ਹੋਵੇ ਤਾਰਿਆਂ ਦੇ ਛੱਜ ਦਾ ਹੋਂਦ ਵਿੱਚ ਆਉਣ ਦਾ। ਜੀ, ਕਿ ਜਦੋਂ ਮੈਨੂੰ ਕਹਿੰਦੇ ਨੇ ਸੁਣਾ ਮਨਜੀਤ ਇੰਦਰਾ ਮੋਹਨ ਸਿੰਘ ਦੀ ਮੌਤ ਕਿੰਝ ਮਹਿਸੂਸ ਕੀਤੀ ਸੀ। ਜੀ, ਅਤੇ ਮੈਂ ਨੇਚਰਲ ਕੁਦਰਤੀ ਤੌਰ 'ਤੇ ਕੋਈ ਉਮਰ ਦਾ ਹਿਸਾਬ ਵੀ ਹੁੰਦਾ। ਜੀ, ਅਤੇ ਰਿਸ਼ਤੇ ਦਾ ਸਰੋਕਾਰ ਵੀ ਹੁੰਦਾ। ਜੀ, ਪਾਸ ਵੀ ਹੁੰਦਾ ਉਹਦਾ। ਅਤੇ ਮੈਨੂੰ ਕਿਉਂਕਿ ਅੰਮ੍ਰਿਤਾ ਨੂੰ ਵੀ ਮੈਂ ਉਸ ਮੁਹੱਬਤ ਦੀ ਨਜ਼ਰ ਨਾਲ ਦੇਖਦੀ ਸੀ, ਅਤੇ ਜਿਵੇਂ ਆਪਣੇ ਵਰਗੇ ਦੇ ਕੋਲ, ਆਪਣੇ ਸਨੇਹੀ ਕੋਲ ਕਿਸੇ ਦੇ ਮੋਢੇ ਦੇ ਉੱਪਰ ਮੈਂ ਸਿਰ ਰੱਖ ਰਹੀ ਹੋਵਾਂ, ਅਤੇ ਮੈਂ ਰੋ ਪਈ ਸੀ। ਅਤੇ ਮੈਂ ਕਿਹਾ, ਮੈਨੂੰ ਇੱਦਾਂ ਲੱਗਾ ਕਿ ਜਿਵੇਂ ਇੱਕ ਸਨੇਹੀ ਜਿਹਾ ਹੱਥ ਮੇਰੇ ਸਿਰ ਤੋਂ ਉੱਠ ਗਿਆ, ਅਤੇ ਅੰਮ੍ਰਿਤਾ ਜੀ ਉਹਦੇ ਵਾਂਗੂ ਪੁੱਤਰ ਮੈਨੂੰ ਕਿਸੇ ਨੇ ਵੀ ਨਹੀਂ ਕਹਿਣਾ। ਜੀ ਜੀ। ਅਤੇ ਉਹ ਜਦੋਂ ਮੈਂ ਕਿਹਾ ਤਾਂ ਪੁੱਤਰ ਕਿਸੇ ਨੇ ਨਹੀਂ ਕਹਿਣਾ, ਅਤੇ ਅੰਮ੍ਰਿਤਾ ਦੀਆਂ ਅੱਖਾਂ ਦੀ ਜਿਹੜੀ ਭਾਸ਼ਾ ਸੀ ਅਤੇ ਜ਼ੁਬਾਨ ਦੀ ਜਿਹੜੀ ਭਾਸ਼ਾ ਸੀ, ਉਹ ਇਹ ਸੀ ਕਿ ਜੀਤੀ ਇਮਰੋਜ਼ ਨੂੰ ਸਾਦੇ, ਜੀਤੀ ਵੇਖ ਕੀ ਪਈ ਆਂਦੀ ਏ, ਵੇਖ ਮੈਂ ਕੀ ਪਈ ਸੁਣਨੀ ਆ। ਅਤੇ ਇਮਰੋਜ਼ ਨੇ ਫਿਰ ਉਸ ਸ਼ੰਕੇ ਦੀ ਨਿਵਰਤੀ ਆ ਕੇ ਕੀਤੀ ਕਿ ਜਿਹੜੇ ਵੀ ਪੰਜਾਬ ਤੋਂ ਸ਼ਾਇਰ ਲੇਖਕ ਆਇਆ ਕਰਦੇ ਸੀ, ਦੱਸਿਆ ਕਰਦੇ ਸੀ ਅੱਜ ਕੱਲ੍ਹ ਮੋਹਨ ਸਿੰਘ ਇੱਕ ਛੋਟੀ ਜਿਹੀ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ। ਇਮਰੋਜ਼ ਕਹਿੰਦਾ ਨਾਲੇ ਪੁੱਤਰ ਤਾਂ ਤੇਰਾ ਨਾਂ ਰੱਖਿਆ ਸੀ ਉਹਨੇ। ਤਾਂ ਮੈਨੂੰ ਇਸ ਗੱਲ ਦੀ ਬੜੀ ਆਈ ਸੀ ਵੀ ਕੋਈ ਪਿਓ
ਕਿਸੇ ਕੁੜੀ ਨੂੰ ਪੁੱਤਰ ਕਹਿ ਕੇ, ਕੋਈ ਵੀ ਵਡੇਰੀ ਉਮਰ ਦਾ, ਪਿਓ ਦੀ ਉਮਰ ਦਾ ਬੰਦਾ ਪੁੱਤਰ ਕਹਿ ਕੇ ਤੇ ਉਹਦੇ ਨਾਲ ਕਿੱਦਾਂ ਦੇ ਰਿਲੇਸ਼ਨ ਬਣਾ ਸਕਦਾ ਆ। ਤਾਂ ਮੈਨੂੰ ਅਮਰਤਾ ਦੀ ਸੋਚ ਮੈਨੂੰ ਲੱਗਦਾ ਇਹ ਇੱਕ ਵਾਕ ਨੇ ਤੁਹਾਡੇ ਤਾਰਿਆਂ ਦੀ ਛੱਜ ਦੀ ਨੀਂਹ ਰੱਖ ਦਿੱਤੀ। ਨਹੀਂ, ਹੋਰ ਬੜੀ ਗੱਲ ਸੀ ਜਦੋਂ ਉਹ ਕਹਿੰਦੀ ਹੈ ਕਿ ਮੈਂ ਕਿਹਾ ਵੀ ਉਹ ਤਾਂ ਤੈਨੂੰ ਮੁਹੱਬਤ ਕਰਦਾ ਸੀ, ਉਹ ਕਹਿੰਦੀ ਆਈ ਹੇਟ ਹਿਮ, ਵਾਜ਼ ਹੀ ਅ ਪੋਇਟ, ਹੀ ਵਾਜ਼ ਨਾਟ ਅ ਕ੍ਰਾਫਟਸਮੈਨ ਈਵਨ। ਅਮਰਤਾ ਦੇ ਮੂੰਹੋਂ ਇਹ ਗੱਲ ਮੈਨੂੰ ਜੱਚੀ ਨਹੀਂ। ਨਾਗਮਣੀ ਨਾਲ ਤੁਹਾਡਾ ਕਿੰਨਾ ਕੁ ਰਿਸ਼ਤਾ ਰਿਹਾ? ਕਿਉਂਕਿ ਨਾਗਮਣੀ ਦਾ ਇੱਕ ਦੌਰ ਰਿਹਾ, ਕਿਉਂਕਿ ਹਰ ਲੇਖਕ ਨਾਗਮਣੀ ਛਪਣਾ ਚਾਹੁੰਦਾ ਸੀ। ਹਾਲੇ ਵੀ ਲੋਕਾਂ ਨੇ ਚਿੱਠੀਆਂ ਸਾਂਭੀਆਂ, 2-2 ਸਤਰੀ ਚਿੱਠੀਆਂ ਜਿਹੜੀਆਂ ਅੰਮ੍ਰਿਤਾ ਪ੍ਰੀਤਮ ਮੇਰੇ ਕੋਲ ਵੀ ਹੈਗੀਆਂ ਨੇ। ਤੇ ਤੁਹਾਨੂੰ ਜਦੋਂ ਤੁਸੀਂ ਤਾਰਿਆਂ ਦਾ ਛੱਜ ਲਿਖਤਾ, ਕਿਤਾਬ ਲਿਖਤੀ, ਉਸ ਤੋਂ ਬਾਅਦ ਨਾਗਮਣੀ ਨੇ ਇੱਕ ਕਿਸਮ ਦਾ ਤੁਹਾਡਾ ਬਾਈਕਾਟ ਹੀ ਕਰਤਾ। 1970 ਤੋਂ ਮੈਂ ਨਾਗਮਣੀ ਦੇ ਹਿੱਸਾ ਰਹੀ ਹਾਂ ਜੀ। ਜਦੋਂ 1980 ਵਿੱਚ ਮੈਂ ਅਮਰਤਾ ਜੀ ਨੂੰ ਮਿਲ ਕੇ ਆਈ ਹਾਂ, ਤੇ ਜਦੋਂ ਉਹ ਕਹਿੰਦੇ ਨੇ ਵੀ ਉਹ ਪੋਇਟ ਹੀ ਨਹੀਂ ਸੀ, ਉਹ ਆ ਨਹੀਂ ਸੀ, ਉਹ ਮਤਲਬ ਆਈ ਹੇਟ ਹਿਮ। ਤੁਸੀਂ ਇੱਕ ਬੰਦੇ ਨੂੰ ਨਫ਼ਰਤ ਕਦੋਂ ਕਰਦੇ ਹੋ? ਜਦੋਂ ਤੁਸੀਂ ਕਿਸੇ ਨੂੰ ਪਿਆਰ ਕੀਤਾ ਹੋਊਗਾ ਤਾਂ ਨਫ਼ਰਤ ਕਰੋ। ਤੁਸੀਂ ਆਫ ਦੀ ਏਅਰ ਗੱਲ ਕਰਦੇ ਆ, ਮੈਂ ਇੱਕ ਗੱਲ ਕੀਤੀ ਸੀ ਵੀ ਤੁਹਾਡਾ 3-4 ਸਾਲ ਕਿਸੇ ਨੇ ਵੀ ਤੁਹਾਨੂੰ ਬੁਲਾਇਆ ਨਹੀਂ। ਨਹੀਂ, ਮੈਂ ਦੱਸਦੀ ਹਾਂ। ਮੈਂ ਆ ਕੇ ਇੱਕ ਆਰਟੀਕਲ ਲਿਖਤਾ ਜੀ, ਜਲੰਧਰ ਤੋਂ ਹੀ, ਇੱਥੋਂ ਜਿੱਥੇ ਆਪਾਂ ਹੁਣ ਅੱਜ ਗੱਲ ਕਰ ਰਹੇ ਰੇਡੀਓ ਸਟੇਸ਼ਨ ਤੇ ਜੀ, ਜਲੰਧਰ ਤੋਂ ਇੱਕ KS ਵਿਜੇ ਇੱਕ ਮੈਗਜ਼ੀਨ ਨਵਾਂ ਸ਼ੁਰੂ ਕੀਤਾ ਸੀ, ਨੀਲਮਣੀ ਜੀ। ਮੈਂ ਉਹਦੇ ਵਿੱਚ ਆਰਟੀਕਲ ਲਿਖਤਾ ਜਿਹੜੀ ਅਮਰਤਾ ਦੀ ਮੁਲਾਕਾਤ ਸੀ ਜਾਂ ਜੋ ਮੇਰੇ ਪ੍ਰਭਾਵ ਲੈ ਕੇ ਆਈ ਸੀ ਜੀ। ਉਹ ਜਿਸਲੇ ਛਪਦਾ ਹੈ ਅਗਲੇ ਮਹੀਨੇ ਨਾਗਮਣੀ ਦੇ ਅੰਕ 'ਚ, ਜਿਹਦੀ ਮੈਂ ਇੱਕ ਹਿੱਸਾ ਰਹੀ ਹਾਂ, ਉਹਦੇ ਵਿੱਚ ਛਪ ਜਾਂਦਾ ਕਿਸੇ ਇੱਕ ਮਨਜੀਤ ਇੰਦਰਾ ਨੇ ਲਿਖਿਆ ਜੀ, ਸਾਰੀ ਉਮਰ ਮੋਹਨ ਸਿੰਘ ਇਹ ਸੱਚੀਆਂ ਝੂਠੀਆਂ ਗੋਲੀਆਂ ਚਲਾਉਂਦਾ ਰਿਹਾ, ਹੁਣ ਉਹਦੇ ਵਰਗੇ ਉਹਦੇ ਮਿੱਤਰ ਸੱਚੀਆਂ ਝੂਠੀਆਂ ਗੋਲੀਆਂ ਚਲਾ ਰਹੇ ਨੇ ਗਿਲਾ ਲਿਖਣ ਛਾਪਣ ਵਾਲਿਆਂ ਦੇ। ਤੇ ਇੱਥੇ ਦਾਇਰੇ ਦੀ ਇੱਕ ਦਾਇਰਾ ਸੰਸਥਾ ਨੇ ਪ੍ਰੋਗਰਾਮ ਕੀਤਾ, ਉੱਥੇ ਮੈਂ ਕਵੀ ਦੇ ਤੌਰ ਤੇ ਆਉਣਾ ਸੀ। ਮੈਨੂੰ ਉਚੇਚੇ ਤੌਰ ਤੇ, ਮੈਂ ਨਾਂ ਨਹੀਂ ਲੈਂਦੀ ਉਸ ਬੰਦੇ ਦਾ, ਮੈਨੂੰ ਕਹਿਣ ਗਿਆ ਕਿ ਵੀ ਤੁਸੀਂ ਕਵਿਤਾ ਪੜ੍ਹਨ ਨਹੀਂ ਆਉਣਾ। ਤੇ ਉਸ ਤੋਂ ਬਾਅਦ ਮੇਰਾ 3-4 ਸਾਲ ਇਹ ਅਮਰਤਾ ਜੀ ਦੀ ਮਿਹਰਬਾਨੀ, ਮੈਨੂੰ ਇਹ 'ਚ ਦੱਸਣ 'ਚ ਨਹੀਂ ਹੈ ਕਿ ਉਹਨਾਂ ਦੀ ਮਿਹਰਬਾਨੀ ਸਦਕਾ ਮੈਨੂੰ ਕਿਸੇ ਮੈਗਜ਼ੀਨ ਨੇ, ਕਿਸੇ ਰੇਡੀਓ ਸਟੇਸ਼ਨ ਨੇ ਜਾਂ ਦੂਰਦਰਸ਼ਨ ਤਾਂ ਹੈ ਨਹੀਂ ਸੀ, ਚਲੋ ਆਪਣੇ ਕੋਲ ਸਮਾਂ ਨਹੀਂ ਆ, ਹੁਣ ਆਪਾਂ ਆਖਰੀ ਸਵਾਲ ਤੁਹਾਡੇ ਨਾਲ ਕਰ ਰਹੇ ਹਾਂ। ਸਮਕਾਲ ਦੇ ਵਿੱਚ ਜਿਹੜੀ ਪੋਇਟਰੀ ਰਚੀ ਜਾ ਰਹੀ ਆ, ਤੁਹਾਨੂੰ ਲਗਭਗ 50 ਸਾਲ ਹੋ ਗਏ ਕਵਿਤਾ ਲਿਖਦਿਆਂ ਨੂੰ। ਸਮਕਾਲ 'ਚ ਤੁਸੀਂ ਆਪਣੀ ਕਵਿਤਾ ਨੂੰ ਕਿੱਥੇ ਰੱਖਦੇ ਹੋ ਤੇ ਕੀ ਤੁਸੀਂ ਆਪਣੀ ਹੁਣ ਤੱਕ ਦੀ ਸਿਰਜਣਾ ਤੋਂ ਬਿਲਕੁਲ ਸੰਤੁਸ਼ਟ ਹੋ? ਦੇਖੋ, ਪਹਿਲੀ ਤੁਹਾਡੀ ਆਖਰੀ ਸਵਾਲ ਦਾ ਜਵਾਬ ਦੇਵਾਂ, ਪਹਿਲਾਂ ਦੇ ਰਹੀ ਹਾਂ ਕਿ ਮੈਂ ਜੇ ਸੰਤੁਸ਼ਟ ਹੁੰਦੀ ਤਾਂ ਲਿਖਣਾ ਬੰਦ ਹੋ ਜਾਂਦਾ ਜੀ। ਮੇਰਾ ਖਿਆਲ ਹੈ ਹਰ ਹੀ ਰਚਨਾਕਾਰ, ਹਰ ਕਲਾਕਾਰ, ਹਰ ਕਰਦਾ ਆਪਣੇ ਜੋ ਸਿਰਜਣ ਦੀ ਕੋਸ਼ਿਸ਼ ਕਰਦਾ, ਉਹਨੂੰ ਲੱਗਦਾ ਮੈਂ ਇਦੋਂ ਵਧੀਆ ਗੱਲ ਕਰ ਸਕਦਾ ਹਾਂ ਜੀ। ਇਹ ਗੱਲ ਛੋਟੀ ਹੋਈ। ਦੂਜੀ ਗੱਲ ਹੈ ਕਿ ਜਿਹੜੇ ਅੱਜ ਕੱਲ੍ਹ ਲਿਖੀ ਜਾ ਰਹੀ ਕਵਿਤਾ, ਬਹੁਤੀ ਕਵਿਤਾ ਨਹੀਂ ਹੈ ਜੀ। ਕਿਤਾਬਾਂ ਬਹੁਤ ਆ ਰਹੀਆਂ ਨੇ ਜੀ, ਲੇਕਿਨ ਕੁਛ ਕਵਿਤਾਵਾਂ ਬਹੁਤ ਅੱਛੀਆਂ ਲਿਖੀਆਂ ਜਾ ਰਹੀਆਂ ਨੇ, ਚਾਹੇ ਉਹ ਗਜ਼ਲ ਦੀ ਵਿਧਾ ਹੋਵੇ, ਚਾਹੇ ਉਹ ਗੀਤ ਦੀ ਵਿਧਾ ਹੋਵੇ, ਚਾਹੇ ਉਹ ਨਜ਼ਮ ਦੀ ਵਿਧਾ ਹੋਵੇ। ਤੋ ਮੈਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੀ ਹਾਂ, ਉਹਨਾਂ ਲੋਕਾਂ ਦੀ। ਕਈ ਲੋਕ ਉਹ ਮੇਰੀ ਕਵਿਤਾ ਤੋਂ ਅਗਲੀ ਗੱਲ ਕਰਦੇ ਨੇ ਜੀ। ਇਹ ਸਾਡੇ ਵਾਸਤੇ ਇੱਕ ਬੜੀ ਜਿਹੜੀ ਸੰਤੁਸ਼ਟੀ ਦੀ ਹੈਗੀ ਹੈ। ਤੋ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਸ਼ਾਇਰੀ ਹੈਗੀ ਹੈ ਉਹ ਕੋਈ ਮਕਸਦ ਰੱਖਦੀ ਹੈ ਅੱਜ ਦੇ ਦੌਰ ਵਿੱਚ ਵੀ। ਸੋ ਤੁਹਾਡੀ ਸ਼ਾਇਰੀ ਦਾ ਦਰਿਆ ਇਸੇ ਤਰ੍ਹਾਂ ਨਿਰੰਤਰ ਵਹਿੰਦਾ ਰਹੇ, ਇਸ ਗੱਲ ਦੀ ਦੁਆ ਦੇ ਨਾਲ। ਸੋ ਅਸੀਂ ਆਗਿਆ ਚਾਹਾਂਗੇ ਮਨਜੀਤ ਜੀ, ਤੁਸੀਂ ਅੱਜ ਜਲੰਧਰ ਆਕਾਸ਼ਬਾਣੀ ਦੀ ਸਟੂਡੀਓ ਪਹੁੰਚੇ ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਹਾਡੀ ਕਵਿਤਾ ਜਿਹੜੀ ਹੈ ਹੋਰ ਅੱਗੇ ਜਾਵੇ, ਇਸ ਗੱਲ ਦੀ ਦੁਆ ਦੇ ਨਾਲ ਆਪਣੇ ਸਰੋਤਿਆਂ ਤੋਂ ਅਸੀਂ ਆਗਿਆ ਚਾਹਾਂਗੇ। ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਵੀ ਰੱਖਾਂਗੇ ਕਿੱਥੇ। ਮੇਰੇ ਸਿਰ ਤੇ ਛੱਤਾਂ, ਮੇਰੇ ਮੋਢੇ ਕੰਧਾਂ, ਇਹ ਕੰਧਾਂ ਇਹ ਛੱਤਾਂ ਵੀ ਰੱਖਾਂਗੇ ਕਿੱਥੇ। ਹੁਣੇ ਤੁਸੀਂ ਸੁਣ ਰਹੇ ਸੀ ਮਨਜੀਤ ਇੰਦਰਾ ਹੋਰਾਂ ਨਾਲ ਕੀਤੀ ਗੱਲਬਾਤ ਕਰ ਰਹੇ ਸਨ ਸੁਸ਼ੀਲ ਦੋਸਾਂਝ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਦਰੀ ਸਫ਼ਰ ਇੱਥੇ ਮੁੱਕਦਾ ਏ। ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। ਪੇਸ਼ਕਸ਼ ਮੁਹੰਮਦ ਇਮਤਿਆਜ਼। ਸਿਰਜਣਾ।